ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 100 ਸਾਲ ਪੁਰਾਣਾ ਇਤਿਹਾਸ ਹੈ ਐਂਡ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਗਾਤਾਰ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜੀ। ਜਦੋਂ ਆ 3 ਆਰਡੀਨੈਂਸ ਸੈਂਟਰ ਦੀ ਸਰਕਾਰ ਆਪਣੀ ਕੈਬਨਿਟ ਲੈ ਕੇ ਆਈ, ਸਾਡੀ ਮੰਤਰੀ ਉੱਥੇ ਹਰਸਿਮਰਤ ਕੌਰ ਬਾਦਲ ਸੀ, ਉਹਨਾਂ ਨੇ ਉੱਥੇ ਹੀ ਆਬਜੈਕਸ਼ਨ ਕੀਤਾ ਕਿ ਜੇ ਕਿਸਾਨਾਂ ਦੇ ਤੁਸੀਂ ਕਹਿ ਰਹੇ ਆਰਡੀਨੈਂਸ ਹੈ, ਕੀ ਤੁਸੀਂ ਕਿਸਾਨਾਂ ਨੂੰ ਪੁੱਛਿਆ? ਕੀ ਕਿਸਾਨ ਆਰਗੇਨਾਈਜੇਸ਼ਨ ਨੂੰ ਪੁੱਛਿਆ? ਕੀ ਕਿਸਾਨ ਦੇ ਸੰਬੰਧਿਤ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਪੁੱਛਿਆ? ਜਿੰਨਾ ਤੱਕ ਤੁਸੀਂ ਉਹਨਾਂ ਨੂੰ ਪੁੱਛਦੇ ਨਹੀਂ, ਆਹ ਆਰਡੀਨੈਂਸ ਨਹੀਂ ਪਾਸ ਹੋਣਾ ਚਾਹੀਦਾ। ਮੈਂ ਪਾਰਲੀਮੈਂਟ 'ਚ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ NDA ਦਾ ਹਿੱਸਾ ਹੈ, ਸਰਕਾਰ ਦਾ ਵੀ ਹਿੱਸਾ ਹੈ, ਕਿਉਂਕਿ ਕਿਸਾਨਾਂ ਦੇ ਹੱਕ 'ਚ ਆਰਡੀਨੈਂਸ ਸੀ। ਕਿਹਾ ਜਾਂਦਾ ਹੈ ਘੱਟ ਤੋਂ ਘੱਟ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਪੁੱਛਣਾ ਚਾਹੀਦਾ, ਵੀ ਸਾਨੂੰ ਵੀ ਨਹੀਂ ਪੁੱਛਿਆ ਸੀ। ਪਰ ਇਹਨਾਂ ਨੇ ਆਰਡੀਨੈਂਸ ਪਾਸ ਕਰਤਾ। ਉਹਦੇ ਬਾਅਦ 2 ਮਹੀਨੇ ਲਗਾਤਾਰ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਗੱਲ ਕੀਤੀ, ਕਿਉਂਕਿ ਕਿਸਾਨਾਂ ਨੂੰ ਜਦੋਂ ਅਖਬਾਰ 'ਚ ਆਰਡੀਨੈਂਸ ਬਾਰੇ ਆਇਆ ਬੜੀ ਚਿੰਤਾ ਹੋਈ, ਹੈਰਾਨੀ ਹੋਈ, ਗੁੱਸਾ ਆਇਆ। ਅਸੀਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਮਿਲਿਆ, ਮੈਂ ਹਰ ਕਿਸਾਨ ਜਥੇਬੰਦੀ ਨੂੰ ਮਿਲਿਆ, ਮੈਂ ਹਰ ਕਿਸਾਨ ਦੀ ਜਿਹੜੀ ਲੀਡਰ ਹੈ ਉਹਨਾਂ ਨੂੰ ਮਿਲਿਆ, ਆਮ ਪਿੰਡਾਂ ਜਾ ਕੇ ਕਿਸਾਨਾਂ ਨੂੰ ਮਿਲਿਆ। ਮੈਂ ਉਹਨਾਂ ਨੂੰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੀ ਕੀ ਸ਼ੰਕਾएं ਹੈ। ਉਹਨਾਂ ਨੇ ਮੈਨੂੰ ਸਾਰੀਆਂ ਸ਼ੰਕਾएं ਦੱਸੀਆਂ। ਮੈਂ ਸਾਰੀਆਂ ਹੀ ਸ਼ੰਕਾएं ਸੈਂਟਰ ਦੇ ਵਜ਼ੀਰ ਤੋਮਰ ਸਾਹਿਬ ਨੂੰ ਤੇ ਸਾਰੀ ਸੈਂਟਰ ਦੀ ਲੀਡਰਸ਼ਿਪ ਨੂੰ ਦੱਸਦਾ ਰਿਹਾ। ਮੇਰੀ ਕੋਸ਼ਿਸ਼ ਸੀ, ਸਾਡੀ ਕੋਸ਼ਿਸ਼ ਸੀ ਕਿ ਐਕਟ ਬਣਾਉਣ ਤੋਂ ਪਹਿਲੇ ਘੱਟ ਤੋਂ ਘੱਟ ਸਾਰੀ ਕਿਸਾਨਾਂ ਦੀ ਸ਼ੰਕਾएं ਦੂਰ ਹੋ ਜਾਣ। ਸੋ ਜਿਹੜੀ ਆਰਡੀਨੈਂਸ ਬਣਾਇਆ ਸੀ ਉਹਦੇ ਜੋ ਚੇਂਜਸ ਲਿਆਉਣੀਆਂ ਪਈਆਂ ਉਹ ਲੈ ਕੇ ਆ ਜਾਣ। ਜਦੋਂ ਐਕਟ ਆਏ ਕਿਸਾਨ ਇਹਨੂੰ ਪਸੰਦ ਕਰਨ, ਕਿਸਾਨ ਇਹਨੂੰ ਚੰਗਾ ਸਮਝਣ ਤੇ ਕਿਸਾਨ ਦੇ ਹੱਕ 'ਚ ਚੀਜ਼ਾਂ ਆਉਣ। 2 ਮਹੀਨੇ ਦੇ ਕੋਸ਼ਿਸ਼ ਦੇ ਬਾਵਜੂਦ ਆਹ ਗੱਲ ਨਹੀਂ ਹੋਈ। ਅਸੀਂ ਸਰਕਾਰ ਨੂੰ ਇੱਕ ਗੱਲ ਕਹਿਤੀ ਸੀ ਕਿ ਜੇ ਤੁਸੀਂ ਬਗੈਰ ਕੋਈ ਚੇਂਜ, ਬਗੈਰ ਕੋਈ ਚੀਜ਼ ਕੀਤੇ ਤੁਸੀਂ ਜੇ ਆ ਐਕਟ ਲੈ ਕੇ ਆਉਂਗੇ, ਫਿਰ ਅਸੀਂ ਐਕਟ ਦੀ ਸਪੋਰਟ ਨਹੀਂ ਕਰ ਸਕਦੇ, ਅਸੀਂ ਐਕਟ ਦੇ ਖਿਲਾਫ ਵੋਟ ਪਾਵਾਂਗੇ। ਪਰ ਜਦੋਂ ਆ ਐਕਟ ਅਸੈਂਬਲੀ 'ਚ ਆਇਆ, ਅਸੀਂ ਕੋਸ਼ਿਸ਼ ਵੀ ਕੀਤੀ ਕਿ ਐਕਟ ਨੂੰ ਅੱਗੇ ਪੋਸਟਪੋਨ ਕੀਤਾ ਜਾਏ, ਕੋਈ ਸਿਲੈਕਟ ਕਮੇਟੀ ਪਾਰਲੀਮੈਂਟ 'ਚ ਭੇਜਿਆ ਜਾਏ, ਜਿਸ ਨਾਲ ਆਮ ਜਿਹੜੇ ਲੋਕ ਹੈ ਕਿਸਾਨ, ਉਹਨਾਂ ਦੀ ਭਾਵਨਾ ਉਹ ਕਮੇਟੀ ਸਮਝ ਕੇ ਜੋ ਸੋਧ ਕਰਨਾ ਪਏ ਉਹ ਸੋਧ ਕਰ ਸਕੇ। ਪਰ ਉਹਨਾਂ ਨੇ ਨਾ ਐਕਟ ਪਾਰਲੀਮੈਂਟ ਕਮੇਟੀ ਨੂੰ ਭੇਜਿਆ, ਨਾ ਕੀਤਾ ਕਿ ਹੋਰ ਕੀਤਾ। ਜਾਇਜ਼ਾ ਐਕਟ ਬਣ ਕੇ, ਜਾਇਜ਼ਾ ਆਰਡੀਨੈਂਸ ਬਣ ਕੇ ਆਇਆ ਸੀ, ਉਵੇਂ ਹੀ ਐਕਟ ਪੇਸ਼ ਕਰਤਾ। ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ, ਕਿਉਂਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਗਰੀਬ ਕਿਸਾਨਾਂ ਦੀ ਪਾਰਟੀ ਹੈ, ਮਜ਼ਦੂਰਾਂ ਦੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ। ਅਸੀਂ ਕੋਈ ਉਸ ਚੀਜ਼ ਦਾ ਸਮਰਥਨ ਨਹੀਂ ਕਰ ਸਕਦੇ ਜਿਹੜੀ ਸਾਡੇ ਪੰਜਾਬੀ ਜਿਹਨਾਂ ਨੂੰ ਨਹੀਂ ਪਸੰਦ ਕਰਦੇ। ਤਾਂ ਇਸ ਕਰਕੇ ਅਸੀਂ ਉਹਦਾ ਵਿਰੋਧ ਕੀਤਾ। ਤੇ ਨਾਲੇ ਕਿਉਂਕਿ ਇਹ ਸਰਕਾਰ ਨੇ ਐਕਟ ਪੂਰੇ ਪ੍ਰੈਸ਼ਰ ਨਾਲ ਪਾਸ ਕੀਤਾ, ਅਸੀਂ ਸਮਝਿਆ ਕਿ ਅਸੀਂ ਉਸ ਹਿੱਸਾ ਸਰਕਾਰ ਦਾ ਨਹੀਂ ਬਣ ਸਕਦੇ। ਤਾਂ ਅਸੀਂ ਜਿਹੜੀ ਸਾਡੀ ਮਿਨਿਸਟਰ ਹੈ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਮੈਂ ਪਾਰਲੀਮੈਂਟ 'ਚ ਅਨਾਊਂਸ ਕੀਤਾ, ਉਸੇ ਟਾਈਮ ਅਸੀਂ ਪਾਰਲੀਮੈਂਟ 'ਚ ਅਸਤੀਫਾ ਵੀ ਦੇ ਦਿੱਤਾ। ਸਰ, ਇੱਕ ਵੱਡੀ ਲੜਾਈ ਸੀ, ਲੱਗਦਾ ਹੈ ਮੁਕੰਮਲ ਹੋਈ ਹੈ, ਕਿਉਂਕਿ ਕਿਸਾਨਾਂ ਦੀ ਇਹ ਲੜਾਈ ਬਾਕੀ ਹੈ, ਤੁਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਹੋ। ਅਸੀਂ ਕਿਸਾਨਾਂ ਦੇ ਨਾਲ ਹੈ ਤੇ ਲੜਾਈ ਲੜਦੇ ਰਹਾਂਗੇ, ਉਹਨਾਂ ਦੀ ਆਵਾਜ਼ ਬਣ ਕੇ ਜਿੱਥੇ ਲੋੜ ਪਈ ਅਸੀਂ ਜਾਵਾਂਗੇ ਤੇ ਸੰਘਰਸ਼ ਕਰਾਂਗੇ। ਪਰ ਮੈਂ ਇੰਨਾ ਇੰਸ਼ੋਰ ਕਰਦਾ ਕਿ ਕਿਸਾਨਾਂ ਦੀ ਲੜਾਈ ਜਿਵੇਂ ਸ਼੍ਰੋਮਣੀ ਅਕਾਲੀ ਦਲ ਲੜਦੇ ਰਹੇ, ਜਿਵੇਂ ਮੇਰੇ ਪਿਤਾ ਨੇ ਸਾਰੀ ਜ਼ਿੰਦਗੀ ਕਿਸਾਨਾਂ ਦੀ ਲੜਾਈ ਲੜੀ, ਉਹਨਾਂ ਦਾ ਬੇਟੇ ਹੋਣ ਦੇ ਨਾਤੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਆ ਮੇਰਾ ਫਰਜ਼ ਹੈ ਤੇ ਇਹ ਲੜਾਈ ਅੱਗੇ ਹੋ ਕੇ ਲੜਾਂਗੇ। ਮੈਮ, ਜੇ ਤੁਸੀਂ ਕੀ ਕਹਿਣਾ ਚਾਹੋਗੇ, ਲੰਮਾ ਸਮਾਂ ਤੁਸੀਂ ਨਾਲ ਰਹੇ ਸਰਕਾਰ ਦੇ, ਲੰਮਾ ਹਿੱਸਾ ਸੀ, ਕਿਹੋ ਜਿਹਾ ਫੈਸਲਾ ਰਿਹਾ? ਅੱਜ ਪੰਜਾਬ ਦੀ ਧੀ ਹੋਣ ਦੇ ਨਾਤੇ, ਕਿਸਾਨਾਂ ਦੀ ਭੈਣ ਹੋਣ ਦੇ ਨਾਤੇ, ਜਿਹੜਾ ਪਿਛਲੇ ਕਈ ਹਫ਼ਤਿਆਂ ਤੋਂ ਮੇਰੇ ਬਜ਼ੁਰਗ ਕਿਸਾਨ, ਮੇਰੀ ਮਾਤਾਵਾਂ, ਮੇਰੇ ਵੀਰ, ਨੌਜਵਾਨ ਬੱਚੇ ਕੇਂਦਰ ਤਾਈਂ ਆਪਣੀ ਇਸ ਆਰਡੀਨੈਂਸ ਦੇ ਖਿਲਾਫ ਆਵਾਜ਼ ਪਹੁੰਚਾਉਣ ਵਾਸਤੇ ਇਸ ਕੋਵਿਡ ਦੀ ਮਹਾਮਾਰੀ ਦੇ ਭੈ ਤੋਂ ਉੱਪਰ ਉੱਠ ਕੇ ਸੜਕਾਂ 'ਤੇ ਉਤਰੇ ਹੋਏ ਸੀਗੇ, ਇਸ ਡਰ ਤੇ ਇਸ ਸ਼ੰਕਾ ਦੇ ਨਾਲ ਕਿ ਇਸ ਐਕਟ ਨੂੰ ਲਾਗੂ ਹੋਣ ਤੋਂ ਬਾਅਦ ਪੰਜਾਬ ਦਾ ਖਰੀਦ ਦਾ ਢਾਂਚਾ, ਸਰਕਾਰੀ ਖਰੀਦ ਦਾ ਢਾਂਚਾ, MSP ਸਾਰਾ ਢਾਂਚਾ ਵਿਗੜਨ ਦੇ ਨਾਲ ਆਉਣ ਵਾਲੇ ਸਮੇਂ 'ਚ ਕਿਸਾਨਾਂ ਦਾ ਭਵਿੱਖ, ਉਹਨਾਂ ਦਾ ਬੱਚਿਆਂ ਦਾ ਭਵਿੱਖ ਬਿਲਕੁਲ ਤੈਸ਼-ਨੈਸ਼ ਹੋ ਕੇ ਉਹ अपने ਜ਼ਮੀਨਾਂ 'ਚ ਮਜ਼ਦੂਰ ਦੇ ਬਰਾਬਰ ਦੀ ਵੀ ਨਹੀਂ ਰਹਿ ਜਾਣਗੇ। ਕਈ ਉਹਨਾਂ ਦੇ ਮਨਾਂ 'ਚ ਇਹ ਸ਼ੰਕਾ ਸੀਗੀਆਂ ਜਿਹਦੇ ਕਰਕੇ
ਲਗਾਤਾਰ ਕਈ ਹਫ਼ਤਿਆਂ ਤੋਂ ਉਹ ਸੜਕਾਂ ਤੇ ਉਤਰੇ ਹੋਏ ਸੀਗੇ। ਭਾਵੇਂ ਇਸ ਆਰਡੀਨੈਂਸ ਦੇ ਆਉਣ ਤੋਂ ਪਹਿਲੇ ਜਦ ਇੰਟਰ ਮਿਨਿਸਟਰੀਅਲ ਸਲਾਹ ਮਸ਼ਵਰਾ ਹੋਇਆ ਸੀ, ਮੈਂ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਮੰਤਰੀ ਹਾਂ ਤੇ ਮੈਨੂੰ ਇੰਡਸਟਰੀ ਦੇ ਪੱਖੋਂ ਆਪਣੇ ਕਮੈਂਟਸ ਦੇਣੇ ਸੀਗੇ ਤੇ ਇਹ ਇੰਡਸਟਰੀ ਦੇ ਹੱਕ ਵਿੱਚ ਸੀਗਾ। ਲੇਕਿਨ ਉਹਦੇ ਬਾਵਜੂਦ ਮੈਂ ਆਪਣੇ ਕਮੈਂਟਸ 'ਚ ਆ ਲਿਖਿਆ ਕਿ ਸਟੇਕ ਹੋਲਡਰਸ ਜਿਹੜੇ ਹੈਗੇ ਉਹਨਾਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਹੈ ਤੇ ਸੂਬੇ ਦੀ ਸਰਕਾਰਾਂ ਦੇ ਭਰੋਸੇ ਲੈ ਕੇ ਤਾਂ ਹੀ ਇਹ ਕੋਈ ਕਾਨੂੰਨ ਆਉਣਾ ਚਾਹੀਦਾ ਹੈਗਾ। ਇਹ ਮਈ ਦੇ ਮਹੀਨੇ ਦੀ ਗੱਲ ਹੈ। ਜਦ ਜੂਨ ਦੇ ਮਹੀਨੇ 'ਚ ਪਤਾ ਲੱਗਿਆ ਕਿ ਆਰਡੀਨੈਂਸ ਆਉਣ ਵਾਲਾ ਹੈਗਾ, ਉਸ ਤੋਂ ਪਹਿਲੇ ਵੀ ਮੈਂ ਕੈਬਨਿਟ 'ਚ ਇਸ ਗੱਲ ਨੂੰ ਉਠਾਇਆ ਕਿ ਜ਼ਮੀਨੀ ਪੱਧਰ 'ਚ ਕਿਸਾਨਾਂ ਦੇ ਮਨਾਂ 'ਚ ਬਹੁਤ ਵੱਡਾ ਰੋਸ ਵੀ ਹੈਗਾ ਤੇ ਬਹੁਤ ਵੱਡਾ ਡਰ ਵੀ ਹੈਗਾ ਤੇ ਕੋਈ ਇਹੋ ਜਿਹੇ ਆਰਡੀਨੈਂਸ ਨਹੀਂ ਆਉਣੇ ਚਾਹੀਦੇ ਜਦੋਂ ਤਾਈਂ ਉਹਨਾਂ ਦੇ ਮਨਾਂ ਦੀ ਸ਼ੰਕਾਵਾਂ ਨੂੰ ਦੂਰ ਨਾ ਕੀਤਾ ਜਾਏ, ਉਹਨਾਂ ਨੂੰ ਭਰੋਸੇ 'ਚ ਨਾ ਲਿੱਤਾ ਜਾਏ, ਨਹੀਂ ਤਾਂ ਬਹੁਤ ਵੱਡਾ ਅੰਦੋਲਨ ਖੜਾ ਹੋ ਸਕਦਾ ਹੈ। ਇਹਦੇ ਬਾਵਜੂਦ ਕੈਬਨਿਟ ਵਿੱਚ ਏਜੰਡਾ ਵਿੱਚ ਨਹੀਂ, ਟੇਬਲ ਆਈਟਮ ਵਿੱਚ ਇਹ ਟੇਬਲ ਕੀਤਾ ਗਿਆ। ਉੱਥੇ ਇੱਕ ਵਾਰ ਫਿਰ ਮੈਂ ਪੁਰਜ਼ੋਰ ਬੇਨਤੀ ਕੀਤੀ ਕਿ ਪਹਿਲੇ ਸਟੇਕ ਕਿਸਾਨਾਂ ਦੇ ਨਾਲ ਮਸ਼ਵਰਾ ਕਰਕੇ ਤਾਂ ਹੀ ਇਹ ਆਰਡੀਨੈਂਸ ਲਾਇਆ ਜਾਏ ਤੇ ਜਦ ਉੱਥੇ ਸੁਣਵਾਈ ਨਹੀਂ ਹੋਈ, ਫਿਰ ਵੀ ਲਗਾਤਾਰ 2 ਮਹੀਨੇ 2.5 ਮਹੀਨੇ ਮੈਂ ਆਪਣੀ ਆਵਾਜ਼ ਹਰ ਲੈਵਲ 'ਚ, ਮੰਤਰੀ ਦੇ ਲੈਵਲ 'ਚ, ਪ੍ਰਧਾਨ ਮੰਤਰੀ ਦੇ ਲੈਵਲ 'ਚ, ਹਰ ਲੈਵਲ 'ਚ ਮੈਂ ਉਠਾਈ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਹਰੇਕ ਕਿਸਾਨ ਵਰਗ ਯੂਨੀਅਨਸ ਦੇ ਨਾਲ, ਸਾਡੀ ਪਾਰਟੀ ਦੇ ਪ੍ਰਧਾਨ, ਸਾਡੀ ਪਾਰਟੀ ਦੀ ਲੀਡਰਸ਼ਿਪ, ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਸ਼ੰਕਾਵਾਂ ਸੈਂਟਰਲ ਲੀਡਰਸ਼ਿਪ ਨੂੰ ਕਨਵੇ ਕਰਦੇ ਰਹੇ। ਕਈ ਵਾਰੀ ਕ੍ਰਿਸ਼ੀ ਮੰਤਰੀ ਜੀ ਦੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਵਾਈ, ਮੁਲਾਕਾਤ ਵੀ ਕਰਾਈ, ਵੀਡੀਓ ਕਾਨਫਰੰਸਿੰਗ ਵੀ ਕਰਾਈ ਤੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਭਰੋਸਾ ਦਿੱਤਾ ਜਾਏ ਕਿ ਉਹਨਾਂ ਦੀ ਸ਼ੰਕਾਵਾਂ ਬੇਬੁਨਿਆਦ ਹੈਗੀਆਂ। ਲੇਕਿਨ ਇਹਦੇ ਬਾਵਜੂਦ ਜਦ 2.5 ਮਹੀਨੇ ਵਿੱਚ ਨਾ ਕਿਸੇ ਕਿਸਾਨ, ਨਾ ਮਜ਼ਦੂਰ ਜਾਂ ਕਿਸੇ ਆੜਤੀਏ ਦੇ ਮਨ ਵਿੱਚ ਇਹ ਕੌਨਫੀਡੈਂਸ ਨਹੀਂ ਆਇਆ, ਅਸੀਂ ਉਹਨਾਂ ਦਾ ਕੌਨਫੀਡੈਂਸ ਨਹੀਂ ਜਿੱਤ ਸਕੇ, ਫਿਰ ਪਾਰਲੀਮੈਂਟ ਦਾ ਸੈਸ਼ਨ ਜਦ ਸ਼ੁਰੂ ਹੋਇਆ ਅਸੀਂ ਬੇਨਤੀ ਕੀਤੀ ਕਿ ਉਹਨਾਂ ਨੂੰ ਭਰੋਸੇ 'ਚ ਲੈਣ ਤੋਂ ਬਿਨਾਂ ਇਹ ਨਾ ਪਾਰਲੀਮੈਂਟ 'ਚ ਲਾਇਆ ਜਾਏ। ਇਹਦੇ ਬਾਵਜੂਦ ਜਦ ਪਹਿਲੇ ਹੀ ਸ਼ੁਰੂਆਤ ਦੇ ਦਿਨਾਂ 'ਚ ਹੀ ਇਹ ਤਿੰਨੋਂ ਆਰਡੀਨੈਂਸ ਲਾਏ ਗਏ ਤੇ ਸੁਖਬੀਰ ਜੀ ਨੇ ਨੱਡਾ ਸਾਹਿਬ ਨਾਲ ਮੁਲਾਕਾਤ ਕੀਤੀ, ਅਸੀਂ ਸਾਰੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਇਹਦਾ ਵਿਰੋਧ ਕਰਨਾ ਪਊਗਾ ਕਿਉਂਕਿ ਕਿਸਾਨਾਂ ਦਾ ਭਰੋਸਾ ਨਹੀਂ ਲਿੱਤਾ ਗਿਆ ਹੈਗਾ ਤੇ ਅਸੀਂ ਕਿਸਾਨਾਂ ਦੇ ਮਗਰ, ਕਿਸਾਨ ਸਾਡੀ ਜਿੰਦ ਜਾਨ ਹੈਗੀ, ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹੈਗੀ। ਅੱਜ ਜਿਸ ਮੁਕਾਮ ਤਾਈਂ ਮੈਂ ਪਹੁੰਚੀ ਹਾਂ, ਇਹ ਮੇਰੇ ਕਿਸਾਨ ਵੀਰ ਨੇ ਜਿਨ੍ਹਾਂ ਦੇ ਕਰਕੇ ਮੈਨੂੰ ਇਹ ਮਾਨ ਸਤਿਕਾਰ ਅਹੁਦੇ ਮੈਨੂੰ ਮਿਲੇ ਨੇ। ਮੇਰੀ ਜ਼ਮੀਰ ਇਹ ਨਹੀਂ ਮੰਨਦੀ ਕਿ ਸਾਡੀ ਪਾਰਟੀ ਇਹਦਾ ਵਿਰੋਧ ਕਰੇ, ਲੇਕਿਨ ਕਿਉਂਕਿ ਉਹਨਾਂ ਦੇ ਕੋਲ ਨੰਬਰ ਹੈਗੇ, ਬਹੁਮਤ ਹੈਗੀ, ਉਹ ਇਸ ਕਾਨੂੰਨ ਨੂੰ ਲਾਗੂ ਕਰਨ ਤੇ ਮੈਂ ਉਸ ਸਰਕਾਰ ਦਾ ਹਿੱਸਾ ਹੋਵਾਂ ਜਿਹੜਾ ਉਹ ਕਾਨੂੰਨ ਉਹਨਾਂ ਦੇ ਉੱਤੇ ਲਾਗੂ ਕਰੇ ਜਿਹਦੇ ਕਰਕੇ ਮੇਰੇ ਬਜ਼ੁਰਗ ਮਾਂ ਪਿਓ, ਮੇਰੇ ਕਿਸਾਨ ਅੱਜ ਧਰਨਿਆਂ 'ਚ ਸੜਕਾਂ ਵਿੱਚ ਬੈਠੇ ਹੋਏ ਨੇ। ਸੋ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਪਹਿਲੇ ਆਪਣਾ ਅਸਤੀਫਾ ਮੈਂ ਦਿੱਤਾ, ਉਹਦੇ ਬਾਅਦ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਕਿਸਾਨ ਵੀਰਾਂ ਦੀ ਭੈਣ ਬਣ ਕੇ, ਧੀ ਬਣ ਕੇ ਇਸ ਆਰਡੀਨੈਂਸ ਦੇ ਖਿਲਾਫ ਉਹਨਾਂ ਦੀ ਆਵਾਜ਼ ਬਣ ਕੇ ਮੈਂ ਆਵਾਜ਼ ਉਠਾਈ। ਅਸੀਂ ਦੋਨਾਂ ਨੇ ਵਿਰੋਧ ਕੀਤਾ ਹੈ ਤੇ ਹੁਣ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੈ ਕਿ ਕਿਸਾਨਾਂ ਦੀ ਸ਼ੰਕਾਵਾਂ ਦੂਰ ਕਰਨ ਵਾਸਤੇ ਮੋਢੇ ਦੇ ਨਾਲ ਮੋਢਾ ਲਗਾ ਕੇ ਜਿੱਥੇ ਉਹ ਬੈਠਣਗੇ ਉਹਨਾਂ ਦੇ ਨਾਲ ਬੈਠਾਂਗੇ ਤੇ ਉਹਨਾਂ ਦੇ ਨਾਲ ਮਿਲ ਕੇ ਲੜਾਈ ਲੜਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੀ ਧੀ ਸਾਡੀ ਪਾਰਟੀ, ਅਸੀਂ ਰਲ ਮਿਲ ਕੇ ਕਿਸਾਨ ਦੇ ਹੱਕ ਵਿੱਚ, ਜਿਵੇਂ ਗੁਰੂ ਸਾਹਿਬ ਤੋਂ ਸਿੱਖਿਆ ਹੈਗਾ, ਦੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬੂ ਨਾ ਡਰੂ ਔਰ ਸੇ ਜਬ ਜਾਏ ਲੜੂ, ਨਿਸ਼ਚੈ ਕਰ ਆਪਣੀ ਜੀਤ ਕਰੂੰ। ਜਦੋਂ ਤਾਈਂ ਜਿੱਤ ਨਹੀਂ ਹੁੰਦੀ, ਪਰਮਾਤਮਾ ਦੀ ਓਟ ਆਸਰਾ ਲੈ ਕੇ ਅਸੀਂ ਸੰਘਰਸ਼ ਜਾਰੀ ਰੱਖਾਂਗੇ। थैंक यू। पर जेडे पंजाबी लोग किरा अपना माइक ले सर, एक चीज और, अभी पीएम ने ट्वीट किया है, उन्होंने कहा कि किसानों के लिए बिल बहुत अच्छा है और कुछ शक्तियां इसके पीछे हैं जो कि किसानों को भ्रमित कर रही हैं। मेरे ओन डॉक्यूमेंट होंगे ਹੁਣ ਆਪਾਂ ਆਪਣੀ ਗੱਲ ਕਹੀ ਦਿੱਤੀ, ਹੁਣ ਬਾਰ-ਬਾਰ ਆਪਾਂ ਕੋਈ ਤੇ ਬਾਕੀ ਸਾਰੇ ਥੈਂਕ ਯੂ, ਬਾਕੀ ਸਾਰਿਆਂ ਦੇ ਕਰ ਲਿਆ, ਸਾਰੀ ਆਪਣੀ ਹਿੰਦੀ में सारा ही मैंने देखे आए हूँ 1 to 1 टाइम नाउ 8 घंटे